ਹੁਣ ਆਪਾਂ ਅੱਜ ਕਰ ਰਹੇ ਹਾਂ ਬਿੱਲ ਦੀਆਂ ਕਿਸਮਾਂ। ਅੱਜ ਆਪਾਂ ਕਰ ਰਹੇ ਹੈਗੇ ਆ ਬਿੱਲ ਜਿਹੜੇ ਮੰਨ ਲਓ ਆਪਣੇ ਕਾਨੂੰਨ ਬੰਦ ਹੈ। ਕੋਈ ਵੀ ਚੀਜ਼ ਵੇਖੋ ਕਾਨੂੰਨ ਬੰਦ ਹੈ। ਤੁਸੀਂ ਇੱਕ ਚੀਜ਼ ਸਮਝੋ ਪਹਿਲਾਂ ਇਹਦੇ ਵਿੱਚ ਕੀ ਹੁੰਦਾ ਬਿੱਲ। ਸਭ ਤੋਂ ਪਹਿਲਾਂ ਕੀ ਹੁੰਦਾ ਸੰਸਦ ਦੇ ਵਿੱਚ। ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਂਦਾ। ਮੰਨ ਲਓ ਇੱਕ ਦਸਤਾਵੇਜ਼ ਹੁੰਦਾ ਜਿਹਨੂੰ ਕੋਈ ਵੀ ਬੰਦਾ ਕੀ ਹੈ, ਕੋਈ MP ਹੋਇਆ ਜਾਂ ਕੋਈ ਮੰਤਰੀ ਹੈ, ਕੋਈ ਕਾਨੂੰਨ ਬਣਾਉਣਾ ਹੋਵੇ, ਉਹ ਇੱਕ ਕੀ ਪੇਸ਼ ਕਰਦੇ ਆ, ਦਸਤਾਵੇਜ਼ ਪੇਸ਼ ਕਰਦੇ ਆ, ਇੱਕ ਫਾਈਲ ਪੇਸ਼ ਕਰਦੇ ਆ, ਜਿਹਦੇ ਉਹਨੂੰ ਕੀ ਬੋਲਿਆ ਜਾਂਦਾ, ਬਿੱਲ ਬੋਲਿਆ ਜਾਂਦਾ। ਉਹਨੂੰ ਕੀ ਬੋਲਿਆ ਜਾਂਦਾ, ਬਿੱਲ। ਉਹ ਸੰਸਦ ਪੇਸ਼ ਕੀਤਾ ਜਾਂਦਾ। ਸੰਸਦ ਮੀਨਿੰਗ ਲੋਕ ਸਭਾ ਤੇ ਰਾਜ ਸਭਾ, ਦੋਨਾਂ ਵਿੱਚ ਪੇਸ਼ ਕੀਤਾ ਜਾਂਦਾ। ਲੋਕ ਸਭਾ ਤੇ ਰਾਜ ਸਭਾ ਵਿੱਚ ਮੰਨ ਲਓ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਕਰਤਾ ਬਿੱਲ ਪਾਸ, ਇਹਨੂੰ ਬੋਲਿਆ ਜਾਂਦਾ ਬਿੱਲ ਪਾਸ ਕਰਨਾ। ਜਦੋਂ ਪਾਸ ਹੋ ਜੇ ਫਿਰ ਉਹ ਕਿਹਦੇ ਕੋਲ ਜਾਂਦਾ ਹੈਗਾ, ਰਾਸ਼ਟਰਪਤੀ ਕੋਲ ਸਾਈਨ ਵਾਲੀ। ਫਿਰ ਕਿਹਦੇ ਕੋਲ ਜਾਂਦਾ, ਰਾਸ਼ਟਰਪਤੀ ਕੋਲ ਸਾਈਨ ਵਾਲੀ। ਜਦੋਂ ਰਾਸ਼ਟਰਪਤੀ ਜੀ ਮੰਨ ਲਓ ਸਾਈਨ ਕਰ ਦਿੰਦੇ ਆ, ਦਸਤਖਤ ਕਰ ਦਿੰਦੇ ਆ, ਇਹਨੂੰ ਬੋਲ ਦਿੰਦੇ ਨੇ ਸਹਿਮਤੀ ਦੇਣਾ। ਦਸਤਖਤ ਕਰਨ ਨੂੰ ਕੀ ਬੋਲ ਦਿੰਦੇ ਨੇ, ਸਹਿਮਤੀ ਦੇਣਾ। ਜਦੋਂ ਰਾਸ਼ਟਰਪਤੀ ਜੀ ਆਪਣੀ ਸਹਿਮਤੀ ਦੇ ਦਿੰਦੇ ਆ ਤਾਂ ਆਪਾਂ ਉਹਨੂੰ ਕਹਿ ਦਿੰਦੇ ਵੀ ਕੀ ਬਣ ਜਾਂਦਾ, ਫਿਰ ਉਹ ਬਿੱਲ ਨਹੀਂ ਰਹਿੰਦਾ, ਫਿਰ ਉਹ ਕਾਨੂੰਨ ਬਣ ਜਾਂਦਾ। ਫਿਰ ਉਹ ਕੀ ਬਣ ਜਾਂਦਾ, ਇੱਕ ਕਾਨੂੰਨ ਬਣ ਜਾਂਦਾ। ਜਿੰਨਾ ਚਿਰ ਰਾਸ਼ਟਰਪਤੀ ਜੀ ਸਾਈਨ ਨਹੀਂ ਕਰਦੇ, ਆਪਾਂ ਕੀਤਾ ਸੀ ਤੁਹਾਨੂੰ ਯਾਦ ਹੋਣਾ ਵੀ ਜੇਕਰ ਕੋਈ ਬਿੱਲ ਨੂੰ ਮੰਨ ਲਓ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਕਰਤਾ, ਪਰ ਰਾਸ਼ਟਰਪਤੀ ਨੇ ਸਾਈਨ ਨਹੀਂ ਕੀਤੇ, ਮੰਨ ਲਓ ਰਾਸ਼ਟਰਪਤੀ ਨੇ ਸਾਈਨ ਨਹੀਂ ਕੀਤੇ, ਤਾਂ ਫਿਰ ਉਹ ਬਿੱਲ ਦਾ ਬਿੱਲ ਹੀ ਰਹਿ ਜਾਂਦਾ, ਕਾਨੂੰਨ ਨਹੀਂ ਬਣਦਾ। ਜਿਹੜਾ ਆਪਾਂ ਅੱਜ ਕਰਾਂਗੇ ਨਾ, ਇਹ ਲਗਭਗ ਸਾਰੀ ਰਿਵੀਜ਼ਨ ਆਪਾਂ ਪਹਿਲਾਂ ਕੀਤਾ ਹੀ ਹੋਇਆ। ਕਿਉਂਕਿ ਜਦੋਂ ਵੀ ਮੈਂ ਤੁਹਾਨੂੰ ਪੋਲਿਟੀ ਕਰਵਾਈ ਹੈ, ਤੁਹਾਨੂੰ ਮੈਂ ਜਿਹੜੇ ਬੇਸਿਕ ਨਾਲ ਦੀ ਨਾਲ ਕਰਵਾਉਂਦਾ ਰਿਹਾ ਵੀ ਆਹ ਚੀਜ਼ ਹੈ, ਆਹ ਚੀਜ਼ ਹੈ। ਠੀਕ ਹੈ ਜੀ। ਆਪਾਂ ਕਰ ਰਹੇ ਹਾਂ ਬਿੱਲ ਦੀਆਂ ਕਿਸਮਾਂ। ਵੇਖੋ ਜਿਹੜੇ ਸੰਸਦ 'ਚ ਬਿੱਲ ਪੇਸ਼ ਹੁੰਦੇ ਉਹ ਦੋ ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਤੁਸੀਂ ਆ ਵੇਖੋ ਬਿੱਲ ਹੁੰਦਾ ਕੀ ਹੈ, ਕਾਨੂੰਨ ਬਣਾਉਣ ਵਾਸਤੇ ਇੱਕ ਪ੍ਰਸਤਾਵ ਹੈ, ਇੱਕ ਕੀ ਹੈਗੀ, ਇੱਕ ਪ੍ਰਪੋਜ਼ਲ ਹੈ। ਇਹ ਸਿਰਫ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਇੱਕ ਪ੍ਰਪੋਜ਼ਲ ਹੁੰਦੀ ਹੈਗੀ ਹੈ ਵੀ ਪ੍ਰਪੋਜ਼ਲ ਹੈਗੀ ਹੈ। ਮੈਂ ਕੋਈ ਪ੍ਰਪੋਜ਼ਲ ਦੇਤੀ, ਮੈਨੂੰ ਕੋਈ ਚੀਜ਼ ਵਧੀਆ ਲੱਗ ਰਹੀ ਹੈ, ਮੈਂ ਇੱਕ ਪ੍ਰਪੋਜ਼ਲ ਦੇਤੀ ਜੀ ਵੀ ਮੈਂ ਇਹਦਾ ਕਾਨੂੰਨ ਬਣਾਉਣਾ ਚਾਹੁੰਦਾ। ਜੋ ਇੱਕ ਨਿਯਮਿਤ ਪ੍ਰਕਿਰਿਆ ਦੁਆਰਾ ਕਾਨੂੰਨ ਬਣਦਾ। ਵੇਖੋ ਨਿਯਮਿਤ ਪ੍ਰਕਿਰਿਆ ਕੀ ਹੈ, ਨਿਯਮਿਤ ਪ੍ਰਕਿਰਿਆ ਇਹੀ ਹੈ ਵੀ ਪਹਿਲਾਂ ਉਹ ਲੋਕ ਸਭਾ ਤੇ ਰਾਜ ਸਭਾ 'ਚ ਜਾਂਦਾ, ਜਾਂ ਲੋਕ ਸਭਾ 'ਚ ਪਹਿਲਾਂ ਚਲੇ ਜਾਵੇ ਜਾਂ ਰਾਜ ਸਭਾ। ਫਿਰ ਜੇ ਪਹਿਲਾਂ ਲੋਕ ਸਭਾ ਚਲਾ ਗਿਆ ਬਾਅਦ 'ਚੋਂ ਰਾਜ ਸਭਾ ਜਾ ਵੜੂ, ਪਹਿਲਾਂ ਰਾਜ ਸਭਾ ਚਲਾ ਗਿਆ ਫਿਰ ਲੋਕ ਸਭਾ। ਲੋਕ ਸਭਾ ਵੀ ਪਾਸ ਕਰਦੀ ਹੈ, ਰਾਜ ਸਭਾ ਵੀ ਕਰਦੀ ਹੈ। ਠੀਕ ਹੈ। ਪਹਿਲਾਂ ਬਿੱਲ ਆ ਗਿਆ, ਬਿੱਲ ਲੋਕ ਸਭਾ ਰਾਜ ਸਭਾ 'ਚ ਪੇਸ਼ ਹੁੰਦਾ, ਫਿਰ ਕਿਹਦੇ ਕੋਲ ਜਾਂਦਾ ਜੀ, ਉਹ ਸਾਈਨ ਵਾਲੀ ਰਾਸ਼ਟਰਪਤੀ ਕੋਲ। ਇਹਨੂੰ ਬੋਲਿਆ ਜਾਂਦਾ ਨਿਯਮਿਤ ਪ੍ਰਕਿਰਿਆ ਵੀ ਜਿਹੜੀ ਇਹਦਾ ਪ੍ਰੋਸੈਸ ਕੀ ਹੈਗਾ ਆਪਣਾ ਬਣਾਇਆ ਹੋਇਆ। ਇਹ ਇੱਕ ਪ੍ਰੋਸੈਸ ਹੈ ਵੀ ਬਿੱਲ ਪਹਿਲਾਂ ਸੰਸਦ 'ਚ ਪੇਸ਼ ਹੋਊਗਾ, ਸੰਸਦ ਦੀ ਲੋਕ ਸਭਾ ਰਾਜ ਸਭਾ ਸਦਨ ਵੱਲੋਂ ਪਾਸ ਕੀਤਾ ਜਾਊਗਾ, ਫਿਰ ਰਾਸ਼ਟਰਪਤੀ ਵੱਲੋਂ ਕੀ ਹੈਗੇ ਉਹਦੀ ਸਹਿਮਤੀ ਦਿੱਤੀ ਜਾਊਗੀ। ਇਹਨੂੰ ਕੀ ਬੋਲਿਆ ਜਾਂਦਾ, ਇੱਕ ਪ੍ਰਕਿਰਿਆ ਨੂੰ ਨਿਯਮਿਤ ਕੀਤਾ ਹੋਇਆ। ਠੀਕ ਹੈ। ਵੈਸੇ ਇੰਪੋਰਟੈਂਟ ਐਨੀ ਡੈਫੀਨੇਸ਼ਨ ਤੁਹਾਨੂੰ ਬੇਸਿਕ ਦੱਸਤਾ। ਆਹ ਯਾਦ ਤੁਸੀਂ ਰੱਖਣਾ ਹੈ, ਬਿੱਲ ਕਿੰਨੀਆਂ ਤਰ੍ਹਾਂ ਦੇ ਹੁੰਦੇ ਆ, ਦੋ ਤਰ੍ਹਾਂ ਦੇ। ਦੋ ਤਰ੍ਹਾਂ ਦੇ ਬਿੱਲ ਹੁੰਦੇ ਆ, ਇੱਕ ਹੁੰਦਾ ਸਰਵਜਨਿਕ ਬਿੱਲ, ਇੱਕ ਹੁੰਦਾ ਪ੍ਰਾਈਵੇਟ ਬਿੱਲ। ਆਹ ਪੇਪਰ 'ਚ ਆਇਆ ਹੋਇਆ ਪ੍ਰਾਈਵੇਟ ਬਿੱਲ ਵਾਲਾ, ਪ੍ਰਾਈਵੇਟ ਬਿੱਲ ਵਾਲਾ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ। ਤੁਸੀਂ ਯਾਦ ਰੱਖਣਾ ਹੈ, ਇੱਕ ਹੁੰਦਾ ਸਰਕਾਰੀ ਬਿੱਲ ਵੀ ਬੋਲ ਦਿੰਦੇ ਨੇ, ਇਹਨੂੰ ਕਿਹੜਾ ਬਿੱਲ ਬੋਲ ਦਿੰਦੇ ਨੇ, ਸਰਵਜਨਿਕ ਬਿੱਲ। ਦੂਜੇ ਨੂੰ ਕੀ ਬੋਲਿਆ ਜਾਂਦਾ, ਪ੍ਰਾਈਵੇਟ ਬਿੱਲ ਜਾਂ ਨਿੱਜੀ ਬਿੱਲ। ਪ੍ਰਾਈਵੇਟ ਬਿੱਲ ਨੂੰ ਕਿਹੜਾ ਬਿੱਲ ਬੋਲਿਆ ਜਾਂਦਾ, ਨਿੱਜੀ ਬਿੱਲ। ਆਹ ਸਮਝੋ ਹੁੰਦਾ ਕੀ ਹੈ ਜੀ। ਮੰਨ ਲਓ ਜੇ ਕੋਈ ਬਿੱਲ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ, ਜਿਹੜੀ ਕੈਬਨਿਟ ਮੰਤਰੀ ਹੈ, ਕੈਬਨਿਟ ਹੋਵੇ ਜਾਂ ਕੋਈ ਵੀ ਮੰਤਰੀ ਹੋਵੇ, ਜੇਕਰ ਕੋਈ ਵੀ ਬਿੱਲ ਹੈਗਾ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ, ਸਰਕਾਰ ਵੱਲੋਂ, ਮੰਤਰੀ ਦਾ ਮੀਨਿੰਗ ਹੈ ਸਰਕਾਰ ਵੱਲੋਂ ਖੁਦ ਪੇਸ਼ ਕੀਤਾ ਜਾਂਦਾ। ਸਰਕਾਰ ਦਾ ਮੀਨਿੰਗ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਉਹਦੀ ਕੈਬਨਿਟ ਮਿਨਿਸਟਰ ਹੈ ਜਾਂ ਜਿਹੜੇ ਮੰਤਰੀ ਪਰਿਸ਼ਦ ਹੈ। ਸਰਕਾਰ ਦੇ ਵਿੱਚ ਜਿਹੜਾ ਹੈਗਾ, ਤੁਹਾਨੂੰ ਉਦੋਂ ਸਮਝਾਇਆ ਸੀਗਾ, ਸਾਰੇ MP ਨਹੀਂ ਆਉਂਦੇ। ਮੰਨ ਲਓ ਹੁਣ BJP ਦੀ ਸਰਕਾਰ ਹੈ, ਵੇਖੋ ਸਦਨ ਵਿੱਚ ਤਾਂ BJP ਦੇ ਬਹੁਤ ਸਾਰੇ MP ਹੈ, ਪਰ ਸਾਰੇ MP ਤਾਂ ਮੰਤਰੀ ਨਹੀਂ ਨਾ ਹੈਗੇ। ਸਰਕਾਰ ਦੇ ਵਿੱਚ ਮੇਨ ਚੀਜ਼ਾਂ ਉਹੀ ਆਉਂਦੀਆਂ, ਇੱਕ ਪ੍ਰਧਾਨ ਮੰਤਰੀ ਆਉਂਦਾ, ਇੱਕ ਕੌਣ ਆਉਂਦੇ ਹੈਗੇ, ਉਹਦੀ ਮੰਤਰੀ ਪਰਿਸ਼ਦ ਆਉਂਦੀ ਹੈ, ਉਹਨੂੰ ਬੋਲਿਆ ਜਾਂਦਾ ਹੈਗਾ ਕਾਰਜਪਾਲਿਕਾ। ਬਾਕੀ ਸਾਰਿਆਂ ਨੂੰ ਕੀ ਬੋਲਦੇ ਨੇ, ਸਦਨ 'ਚ ਜਿੰਨੇ MP ਬੈਠੇ ਉਹਨੂੰ ਬੋਲਦੇ ਨੇ ਵਿਧਾਨ ਪਾਲਿਕਾ। ਇਹ ਯਾਦ ਰੱਖਿਓ। ਜੇਕਰ ਜਿਹੜਾ ਬਿੱਲ ਹੈਗਾ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ, ਮੰਤਰੀ ਮੀਨਿੰਗ ਸਰਕਾਰ ਵੱਲੋਂ, ਉਹਨੂੰ ਤਾਂ ਬੋਲਿਆ ਜਾਂਦਾ ਸਰਵਜਨਕ ਬਿੱਲ। ਕਿਹੜਾ ਬਿੱਲ ਬੋਲਿਆ ਜਾਂਦਾ, ਸਰਵਜਨਕ ਬਿੱਲ। ਜਿਹੜਾ ਵੀ ਬਿੱਲ ਕੋਈ ਵੀ MP ਵੱਲੋਂ ਕੀਤਾ ਜਾਂਦਾ, ਕੋਈ MP, ਚਾਹੇ ਤਾਂ ਉਹ ਜਿਹਦੀ ਸਰਕਾਰ ਹੈ ਉਹ ਪਾਰਟੀ ਦਾ MP ਹੋਵੇ, ਚਾਹੇ ਕਿਸੇ ਹੋਰ ਪਾਰਟੀ ਦਾ। ਮੰਨ ਲਓ ਜਿਵੇਂ ਹੁਣ ਸੰਸਦ ਹੈ, ਸੰਸਦ ਹੈ ਜਿਹੜੀ ਆਪਣੀ, ਉਹਦੇ ਵਿੱਚ ਵੇਖੋ ਕਾਂਗਰਸ ਦੇ MP ਵੀ ਹੈਗੇ ਆ, BJP ਦੇ ਵੀ ਹੈਗੇ ਆ, ਆਮ ਆਦਮੀ ਪਾਰਟੀ ਦੇ ਵੀ ਹੈਗੇ ਆ, ਬਹੁਤ ਸਾਰੀਆਂ ਪਾਰਟੀਆਂ ਆਪਣੀ ਇੰਡੀਆ 'ਚ, ਸਾਰਿਆਂ ਦੇ MP ਹੈਗੇ ਆ। ਜੇਕਰ ਕੋਈ ਬਿੱਲ ਕਿਸੇ ਵੀ MP ਵੱਲੋਂ ਦਿੱਤਾ ਜਾਂਦਾ, ਮੰਤਰੀ ਤੋਂ ਇਲਾਵਾ, ਮੰਤਰੀ ਵੱਲੋਂ ਨਹੀਂ ਪੇਸ਼ ਕੀਤਾ ਜਾਂਦਾ, ਕਿਸੇ ਵੀ MP ਵੱਲੋਂ ਕੀਤਾ ਜਾਂਦਾ, ਠੀਕ ਹੈ, ਉਹਨੂੰ ਕਿਹੜਾ ਬਿੱਲ ਬੋਲਿਆ ਜਾਊਗਾ, ਪ੍ਰਾਈਵੇਟ ਬਿੱਲ। ਇਹ ਪ੍ਰਾਈਵੇਟ ਬਿੱਲ ਤੁਸੀਂ ਯਾਦ ਰੱਖਣਾ ਹੈ। ਪ੍ਰਾਈਵੇਟ ਬਿੱਲ ਉਹ ਨਹੀਂ ਹੁੰਦਾ ਜਿਹੜਾ ਪਬਲਿਕ ਵੱਲੋਂ ਦਿੱਤਾ ਜਾਵੇ, ਕਿਉਂਕਿ ਆਮ ਜਨਤਾ ਦਾ ਆਪਾਂ ਤਾਂ ਸੰਸਦ ਜਾ ਨਹੀਂ ਨਾ ਸਕਦੇ, ਆਮ ਪਬਲਿਕ ਤਾਂ ਸੰਸਦ ਦੇ ਵਿੱਚ ਜਾ ਹੀ ਨਹੀਂ ਸਕਦੀ। ਠੀਕ ਹੈ ਨਾ। ਤਾਂ ਸੋ
ਪ੍ਰਾਈਵੇਟ ਬਿੱਲ ਕਿਹੜਾ ਹੋਊਗਾ? ਜਿਹੜਾ ਕਿਸੇ ਵੀ MP ਵੱਲੋਂ, ਮੰਤਰੀ ਨੂੰ ਛੱਡ ਕੇ ਕਿਸੇ ਵੀ ਸੰਸਦ ਦੇ ਮੈਂਬਰ ਵੱਲੋਂ ਪੇਸ਼ ਕੀਤਾ ਜਾਂਦਾ, ਉਹਨੂੰ ਕਿਹੜਾ ਬਿੱਲ ਬੋਲਿਆ ਜਾਂਦਾ ਹੈਗਾ? ਪ੍ਰਾਈਵੇਟ ਬਿੱਲ। ਕਿਹੜਾ ਬਿੱਲ ਬੋਲਦੇ ਨੇ? ਪ੍ਰਾਈਵੇਟ ਬਿੱਲ। ਆਹ ਤੁਹਾਨੂੰ ਦੱਸਤਾ ਹੀ। ਜਿਹੜਾ ਸਰਵਜਨਕ ਬਿੱਲ ਹੈ ਉਹ ਸਰਕਾਰ ਵੱਲੋਂ ਪੇਸ਼ ਕੀਤਾ ਜਾਂਦਾ, ਸਰਕਾਰ ਮੀਨਿੰਗ ਮੰਤਰੀ ਵੱਲੋਂ। ਠੀਕ ਹੈ ਜੀ। ਜਦੋਂ ਕੋਈ ਬਿੱਲ ਸਰਕਾਰ ਪੇਸ਼ ਕਰੂਗੀ ਜਾਂ ਮੰਤਰੀ ਪੇਸ਼ ਕਰੂਗੀ ਤਾਂ ਉਹਦੇ ਵਿੱਚ ਸਰਕਾਰ ਦੀਆਂ ਕਿਹਨੂੰ ਦਿਖਾਊਗਾ? ਨੀਤੀਆਂ। ਇਹ ਪੇਪਰ ਲਈ ਇੰਪੋਰਟੈਂਟ ਹੈ। ਨਹੀਂ, ਇੰਪੋਰਟੈਂਟ ਇਹੀ ਹੈ ਵੀ ਦੋ ਬਿੱਲ ਹੁੰਦੇ, ਇੱਕ ਸਰਵਜਨਕ ਬਿੱਲ, ਇੱਕ ਪ੍ਰਾਈਵੇਟ ਬਿੱਲ। ਸਰਵਜਨਕ ਬਿੱਲ ਉਹ ਜਿਹੜਾ ਸਰਕਾਰ ਵੱਲੋਂ ਜਾਂ ਮੰਤਰੀ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਪ੍ਰਾਈਵੇਟ ਬਿੱਲ ਜਿਹੜਾ ਕਿਸੇ ਵੀ MP ਵੱਲੋਂ ਪੇਸ਼ ਕੀਤਾ ਜਾਂਦਾ। ਬਾਕੀ ਆਪਾਂ ਜਦੋਂ ਪੜ੍ਹਦੇ ਹਾਂ, ਵੇਖੋ ਸਰਵਜਨਕ ਬਿੱਲ ਕਿਹੜਾ ਹੁੰਦਾ? ਜਿਹਦੇ ਵਿੱਚ ਸਰਕਾਰ ਬਾਰੇ ਦੱਸਿਆ ਜਾਵੇ ਵੀ ਸਰਕਾਰ ਕੀ ਕੰਮ ਕਰ ਰਹੀ ਹੈ, ਉਹਦੀਆਂ ਪ੍ਰਾਪਤੀਆਂ ਗਿਣਾਉਂਦੇ ਆ। ਜਿਹੜਾ ਪਬਲਿਕ ਬਿੱਲ ਹੁੰਦਾ, ਜਿਹੜਾ ਪ੍ਰਾਈਵੇਟ ਬਿੱਲ ਹੁੰਦਾ, ਉਹ 'ਚ ਪਬਲਿਕ ਦੇ, ਆਮ ਜਨਤਾ ਦੇ ਮਾਮਲਿਆਂ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਕੀ ਹੈਗੀਆਂ, ਇੱਕ ਮਨੋਦਸ਼ਾ ਬਣਾਉਂਦੀਆਂ। ਠੀਕ ਹੈ, ਮਨੋਦਸ਼ਾ ਬਣਾਉਂਦੀਆਂ। ਉਹ ਸਰਵਜਨਕ ਪਬਲਿਕ ਦੇ ਮਾਮਲਿਆਂ ਤੇ ਸਰਕਾਰ ਨੂੰ ਕੀ ਕਰਦੀਆਂ? ਜਾਣੂ ਕਰਵਾਉਂਦੀਆਂ। ਤੇ ਜਿਹੜਾ ਬਿੱਲ ਆਮ ਲੋਕਾਂ ਵੱਲੋਂ ਪੇਸ਼ ਕੀਤਾ ਜਾਂਦਾ, ਆਮ MP ਵੱਲੋਂ ਜਿਹੜਾ ਬਿੱਲ ਇੱਕ MP ਵੱਲੋਂ ਪੇਸ਼ ਕੀਤਾ ਜਾਂਦਾ, ਇਹਦੇ ਪਾਸ ਹੋਣ ਦੀ ਸੰਭਾਵਨਾ ਵੀ ਕੀ ਹੁੰਦੀ ਹੈ? ਘੱਟ ਹੁੰਦੀ ਹੈ। ਇਹਦੇ ਲਈ ਸਦਾ ਲੋੜ ਹੈ ਨਹੀਂ, ਵੈਸੇ ਇਹ ਇੰਪੋਰਟੈਂਟ ਹੈ ਨਹੀਂ, ਪੜ੍ਹਨਾ ਪੜ੍ਹ ਲਿਓ। ਜਿਹੜਾ ਸਰਵਜਨਕ ਬਿੱਲ ਹੁੰਦਾ ਉਹਦੇ ਲਈ 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ। ਜਿਹੜਾ ਪ੍ਰਾਈਵੇਟ ਬਿੱਲ ਹੈ ਉਹਦੇ ਲਈ ਕਿੰਨੇ ਚਿਰ ਦਾ ਨੋਟਿਸ ਜ਼ਰੂਰੀ ਹੈ? 1 ਮਹੀਨੇ ਦਾ। ਤੇ 1 ਮਹੀਨੇ ਦਾ ਨੋਟਿਸ ਜ਼ਰੂਰੀ ਹੈ ਵੀ ਮੈਂ ਆਹ ਬਿੱਲ ਪੇਸ਼ ਕਰਨ ਜਾ ਰਿਹਾ। ਇੱਕ ਆਹ ਯਾਦ ਰੱਖਣਾ ਤੁਸੀਂ ਜੀ, ਜਿਹੜੇ ਵੀ ਬਿੱਲ ਪੇਸ਼ ਕੀਤੇ ਜਾਂਦੇ ਉਹ 4 ਭਾਗ ਹੁੰਦੇ ਆ, 4 ਤਰ੍ਹਾਂ ਦੇ ਬਿੱਲ ਹੁੰਦੇ ਆ, 4 ਸ਼੍ਰੇਣੀਆਂ ਵਿੱਚ ਵੰਡੇ ਜਾਂਦਾ। ਇਹ ਵੀ ਇਹਦੇ ਵਿੱਚ ਇਕੱਲਾ ਆਪਾਂ ਮਨੀ ਬਿੱਲ ਹੀ ਪੜ੍ਹਨਾ ਮੇਨ। ਮਨੀ ਬਿੱਲ ਤੁਸੀਂ ਇਹਦੇ ਵਿੱਚੋਂ ਕੁਐਸਚਨ ਆਉਣਾ ਹੀ ਆਉਣਾ ਹੈਗਾ, ਇੰਪੋਰਟੈਂਟ ਹੈ ਵੈਰੀ ਵੈਰੀ। ਬਾਕੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਜਿਵੇਂ ਸਧਾਰਨ ਬਿੱਲ, ਕਿੰਨੇ ਤਰ੍ਹਾਂ ਦੇ ਬਿੱਲ ਹੁੰਦੇ ਆ? 4 ਤਰ੍ਹਾਂ ਦੇ। 4 ਤੁਸੀਂ ਯਾਦ ਰੱਖਣੇ। ਇੱਕ ਤਾਂ ਸਧਾਰਨ ਬਿੱਲ ਹੁੰਦਾ, ਸਧਾਰਨ ਬਿੱਲ ਆਰਟੀਕਲ 107(8) ਹੈ। ਸਧਾਰਨ ਬਿੱਲ ਹੁੰਦਾ ਵਿੱਤੀ ਮਾਮਲਿਆਂ ਨੂੰ ਛੱਡ ਕੇ ਕੋਈ ਵੀ ਬਿੱਲ ਹੈ। ਵਿੱਤੀ ਮੀਨਿੰਗ ਹੁੰਦਾ ਜਿਹੜਾ ਪੈਸੇ ਨਾਲ ਸੰਬੰਧਿਤ ਹੋਣ, ਫਾਈਨਾਂਸ। ਵਿੱਤੀ ਮੀਨਿੰਗ ਫਾਈਨਾਂਸ। ਫਾਈਨਾਂਸ ਨੂੰ ਛੱਡ ਕੇ, ਪੈਸੇ ਨੂੰ ਛੱਡ ਕੇ ਕੋਈ ਵੀ ਬਿੱਲ ਹੈ, ਉਹ ਕਿਹੜੇ ਬਿੱਲ ਦੀ ਸ਼੍ਰੇਣੀ ਵਿੱਚ ਆਉਂਦੇ ਨੇ? ਸਧਾਰਨ ਬਿੱਲ। ਠੀਕ ਹੈ। ਇਸ ਨੂੰ ਸੰਸਦ ਵਿੱਚ ਕਿਸੇ ਮੰਤਰੀ ਦੁਆਰਾ ਜਾਂ ਪ੍ਰਾਈਵੇਟ ਮੈਂਬਰ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਇਹਦੇ ਲਈ ਰਾਸ਼ਟਰਪਤੀ ਦੀ ਸਿਫਾਰਿਸ਼ ਦੀ ਵੀ ਜ਼ਰੂਰਤ ਨਹੀਂ ਹੈਗੀ। ਪੇਪਰ ਦਾ ਨਾਮ ਯਾਦ ਰੱਖ ਕੇ ਬਿੱਲ ਹੁੰਦਾ ਸਧਾਰਨ ਬਿੱਲ। ਆਹ ਯਾਦ ਰੱਖੋ ਮਨੀ ਬਿੱਲ। ਇਹ ਪੜ੍ਹਨਾ ਵੀ ਹੈਗਾ, 7 ਵਜੇ ਤੱਕ ਮੇਰੀ ਕਲਾਸ ਆ। ਜਿਹੜਾ ਮਨੀ ਬਿੱਲ ਹੈ ਉਹਦਾ ਆਰਟੀਕਲ ਕਿੰਨਾ ਯਾਦ ਰੱਖਣਾ? 110। ਮਨੀ ਬਿੱਲ ਦਾ ਆਰਟੀਕਲ ਕਿੰਨਾ ਆਪਣਾ? 110 ਹੈ। ਇਹਦੇ ਵਿੱਚ ਕੀ ਆਉਂਦਾ? ਨੈਸ਼ਨਲ ਮੈਟਰ, ਸਿਰਫ ਬਜਟ ਵਗੈਰਾ ਜ਼ਿਆਦਾ। ਅੱਗੇ ਬੁਖਾਰ ਚੜਿਆ ਹੋਇਆ। ਕਿਹੜਾ ਹੁੰਦਾ ਜਿਹਦੇ ਚ ਟੈਕਸ ਜਾਂ ਸਰਵਜਨਕ ਖਰਚ ਬਾਰੇ ਗੱਲ ਠੀਕ ਕੀਤੀ ਜਾਂਦੀ ਹੈ, ਉਹਨੂੰ ਕਿਹੜਾ ਬਿੱਲ ਬੋਲਿਆ ਜਾਂਦਾ? ਮਨੀ ਬਿੱਲ। ਮੁੱਕੀਆਂ ਹੈ। ਠੀਕ ਹੈ। ਪੜ੍ਹ ਲਿਆ ਕਰ ਜਾਣ ਕੇ 5 ਵਜੇ। ਇਹ ਰਾਸ਼ਟਰਪਤੀ ਦੀ ਸਿਫਾਰਿਸ਼ ਨਾਲ ਪੇਸ਼ ਹੁੰਦਾ, ਲੋਕ ਸਭਾ ਚ ਪੇਸ਼। ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਚੈਪਟਰ ਕਿੰਨੇ ਤੋਂ ਉਹ ਸਿਰਫ ਦੀ ਸਿਰਫ ਭੈਣ ਤੇ ਤੇਰੀ 24 ਤੇ ਪੇਪਰ ਕਿਦਣ ਆ? ਇਹਦੇ ਵਿੱਚ ਪੇਸ਼ ਹਾਂ, ਫਿਰ ਇੱਕ ਦਿਨ ਕਿਥੋਂ ਲੱਭ ਜਾਣਗੇ? ਚੱਲ ਜਿੰਨੇ ਲੱਭੇ ਮੈਂ ਰਾਤ ਲੱਭ ਦੂੰਗਾ। ਮਨਜ਼ੂਰੀ ਦੀ ਲੋੜ ਨਹੀਂ ਹੁੰਦੀ, ਸਿਰਫ ਕਿੱਥੇ ਪੇਸ਼ ਕੀਤੇ ਜਾਂਦੇ ਲੋਕ। ਇੱਕ ਕੁਐਸਚਨ ਪੇਪਰ ਦੇ ਵਿੱਚ ਕੀ ਆਉਂਦਾ ਹੁੰਦਾ ਵੀ ਜਿਹੜਾ ਮਨੀ ਬਿੱਲ ਹੈਗਾ ਇਹ ਨਿਰਧਾਰਤ ਕੌਣ ਕਰਦਾ? ਵੱਡੇ ਵੈਲੀ ਮਨੀ ਬਿੱਲ ਡਿਸਾਈਡ ਕਰਦਾ ਆਪਣਾ ਸਮਝ ਨਹੀਂ ਆ ਰਿਹਾ ਕੁਛ। ਲੋਕ ਸਭਾ ਦਾ ਕਰਦਾ ਵੀ ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ। ਤੇ ਜੇਕਰ ਕੋਈ ਬਿੱਲ ਮਨੀ ਬਿੱਲ ਹੋਵੇ ਤਾਂ ਸਿਰਫ ਉਹ ਲੋਕ ਸਭਾ ਦੇ ਵਿੱਚ ਹੀ ਕੀ ਕੀਤਾ ਜਾਂਦਾ? ਪੇਸ਼ ਕੀਤਾ ਜਾਂਦਾ। ਰਾਜ ਸਭਾ 'ਚ ਮਨਜ਼ੂਰੀ ਦੀ ਇਹਦੀ ਜ਼ਰੂਰਤ ਨਹੀਂ ਹੁੰਦੀ, ਇਹ ਯਾਦ ਰੱਖਣਾ ਜੀ। ਠੀਕ ਹੈ। ਪਰ ਰਾਜ ਸਭਾ ਕੀ ਹੈ? ਰਾਜ ਸਭਾ ਦੇ ਕੋਲੇ ਭੇਜਿਆ ਜਾਂਦਾ ਵੈਸੇ ਪੜ੍ਹਨ ਲਈ। 14 ਦਿਨਾਂ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਹੁੰਦਾ ਰਾਜ ਸਭਾ ਨੇ। ਰਾਜ ਸਭਾ ਨੇ 14 ਦਿਨਾਂ ਦੇ ਵਿੱਚ ਉਹ ਇੱਕ ਸੁਜੈਸ਼ਨ ਦੇ ਸਕਦੀ ਹੈ ਰਾਜ ਸਭਾ ਵਿੱਚ ਚੇਂਜ ਕਰ ਲਓ, ਪਰ ਮੋਸਟਲੀ ਚੇਂਜ ਨਹੀਂ ਕੀਤਾ ਜਾਂਦਾ ਕਿਉਂਕਿ ਰਾਜ ਸਭਾ ਦੀ ਇਹਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਜੇ ਰਾਜ ਸਭਾ ਇਹ ਬਿੱਲ ਵਾਪਸ ਨਾ ਕਰੇ ਜਾਂ ਮੰਨ ਲਓ ਉਹਨੂੰ ਸਹਿਮਤੀ ਨਾ ਪ੍ਰਗਟਾਉਣ ਤਾਂ ਵੀ ਇਹ ਬਿੱਲ ਕੀ ਹੈ? ਸਿੱਧਾ ਪਾਸ ਹੋ ਜਾਂਦਾ ਲੋਕ ਸਭਾ 'ਚ। ਮਨੀ ਬਿੱਲ ਦੇ ਬਾਰੇ ਯਾਦ ਰੱਖਣਾ ਵੀ ਇਹ ਸਿਰਫ ਕੀ ਹੈ? ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ। ਠੀਕ ਹੈ। ਇੱਕ ਆ ਗਿਆ ਰਾਜ ਸਭਾ ਦੀ ਸੰਯੁਕਤ ਬੈਠਕ ਦੀ ਲੋੜ ਨਹੀਂ। ਵੇਖੋ ਸੰਯੁਕਤ ਬੈਠਕ ਦੀ ਲੋੜ ਨਹੀਂ। ਤੁਹਾਨੂੰ ਕਰਾਇਆ ਸੀਗਾ ਵੀ ਜਦੋਂ ਕੋਈ ਬਿੱਲ ਦੇ ਵਿੱਚ ਡੈਡ ਲੋਕ ਹੋ ਜਾਏ, ਡੈਡ ਲੋਕ ਮੀਨਿੰਗ ਲੋਕ ਸਭਾ ਤੇ ਰਾਜ ਸਭਾ, ਲੋਕ ਸਭਾ ਤੇ ਰਾਜ ਸਭਾ ਇੱਕ ਦੂਜੇ ਦੇ ਅਗੇਂਸਟ ਹੋ ਜਾਣ। ਲੋਕ ਸਭਾ ਬਿੱਲ ਪਾਸ ਕਰਦੇ, ਰਾਜ ਸਭਾ ਮੰਨ ਲਓ ਬਿੱਲ ਪਾਸ ਨਾ ਕਰੇ, ਜਾਂ ਉਲਟ ਹੋ ਜੇ ਵੀ ਲੋਕ ਸਭਾ ਨੂੰ ਬਿੱਲ ਪਸੰਦ ਨਾ ਆਵੇ ਪਰ ਰਾਜ ਸਭਾ ਬਿੱਲ ਪਾਸ ਕਰ ਦੇ, ਤਾਂ ਉਸ ਕੇਸ ਦੇ ਵਿੱਚ ਇਹ ਬਿੱਲ ਜ਼ਰੂਰੀ ਹੋਵੇ ਤਾਂ ਰਾਸ਼ਟਰਪਤੀ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਬੁਲਾ ਸਕਦਾ। ਤਾਂ ਰਾਸ਼ਟਰਪਤੀ ਦੋਨਾਂ ਸਦਨਾਂ ਦੀ ਕੀ ਕਰ ਦਿੰਦੇ? ਸੰਯੁਕਤ ਬੈਠਕ। ਪਰ ਜਿਹੜਾ ਮਨੀ ਬਿੱਲ ਹੈ, ਮਨੀ ਬਿੱਲ 'ਚ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜਾ ਰਾਜ ਸਭਾ ਉਹਦਾ ਕੋਈ ਨਹੀਂ ਹੁੰਦਾ, ਰੋਲ ਹੀ ਨਹੀਂ ਹੁੰਦਾ। ਮਨੀ ਬਿੱਲ ਦੇ ਵਿੱਚ ਰਾਜ ਸਭਾ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ।
ਇਸ ਕਰਕੇ ਮਨੀ ਬਿੱਲ 'ਚ ਸੰਯੁਕਤ ਬੈਠਕ ਦੀ ਜ਼ਰੂਰਤ ਨਹੀਂ ਹੈਗੀ। ਇਸ ਕਰਕੇ ਸਦਨਾਂ ਦੀ ਸੰਯੁਕਤ ਬੈਠਕ ਨਹੀਂ ਹੁੰਦੀ। ਆਹ ਵੇਖੋ ਜੀ, ਰਾਸ਼ਟਰਪਤੀ ਆ ਲੋੜ ਹੈ ਨਹੀਂ, ਵੈਸੇ ਛੱਡ ਦਿਓ। ਇਹ ਆਪਾਂ ਰਾਸ਼ਟਰਪਤੀ 'ਚ ਕੀਤਾ ਸੀਗਾ। ਜਿਹੜਾ ਰਾਸ਼ਟਰਪਤੀ ਹੈ ਉਹ ਮਨੀ ਬਿੱਲ ਨੂੰ ਮਨਜ਼ੂਰੀ ਵੀ ਦੇ ਸਕਦਾ, ਰਿਜੈਕਟ ਕਰ ਸਕਦਾ, ਪਰੰਤੂ ਉਹ ਵਾਪਸ ਨਹੀਂ ਕਰ ਸਕਦਾ। ਇਹ ਪੜ੍ਹਨਾ ਪੜ੍ਹ ਲਿਓ, ਇਹ ਕੋਈ ਏਡਾ ਇੰਪੋਰਟੈਂਟ ਹੈ ਨੀਗਾ। ਰਾਸ਼ਟਰਪਤੀ ਕੀ ਹੈ, ਮਨੀ ਬਿੱਲ ਨੂੰ ਵੇਖੋ ਮਨਜ਼ੂਰੀ ਵੀ ਦੇ ਸਕਦਾ, ਐਕਸੈਪਟ ਵੀ ਕਰ ਸਕਦਾ, ਉਹ ਰਿਜੈਕਟ ਵੀ ਕਰ ਸਕਦਾ। ਰਾਸ਼ਟਰਪਤੀ ਤਾਂ ਕਰ ਹੀ ਸਕਦੇ ਨਾ, ਸੁਪਰੀਮ ਪਾਵਰ ਹੈ, ਪਰੰਤੂ ਪੁਨਰ ਵਿਚਾਰ ਲਈ ਨਹੀਂ ਵਾਪਸ ਭੇਜ ਸਕਦੇ। ਉਹ ਆਪਦਾ ਰਿਕਮੈਂਡੇਸ਼ਨ ਨਹੀਂ ਕਰ ਸਕਦੇ ਵੀ ਇਹਨੂੰ ਚੇਂਜ ਕਰੋ। ਜਾਂ ਤਾਂ ਉਹ ਐਕਸੈਪਟ ਕਰਨਗੇ ਜਾਂ ਕੀ ਕਰਨਗੇ, ਰਿਜੈਕਟ ਕਰਨਗੇ। ਅੱਗੇ ਆ ਜਾਓ ਵਿੱਤੀ ਬਿੱਲ। ਵੇਖੋ ਉੱਪਰ ਆਪਾਂ ਕੀਤਾ ਮਨੀ ਬਿੱਲ, ਉਹਦਾ ਨਾਮ ਵੀ ਮਨੀ ਬਿੱਲ ਹੈ, ਇੰਗਲਿਸ਼ 'ਚ ਵੀ ਮਨੀ ਬਿੱਲ ਕਹਿੰਦੇ ਨੇ ਤੇ ਪੰਜਾਬੀ ਵਿੱਚ ਵੀ ਕੀ ਕਹਿੰਦੇ ਨੇ, ਮਨੀ ਬਿੱਲ। ਇਹਨਾਂ ਦੋਨਾਂ 'ਚ ਫਰਕ ਹੈ। ਆਹ ਹੁੰਦਾ ਵਿੱਤੀ। ਵਿੱਤੀ ਮੀਨਿੰਗ ਵੀ ਕਿਹਦੇ ਨਾਲ ਸੰਬੰਧ ਹੁੰਦਾ, ਪੈਸੇ ਨਾਲ। ਵਿੱਤੀ ਵੀ ਕਿਹਦੇ ਨਾਲ ਸੰਬੰਧਿਤ ਹੁੰਦਾ, ਪੈਸੇ ਨਾਲ, ਪਰ ਇਹਨੂੰ ਬੋਲਿਆ ਜਾਂਦਾ ਫਾਈਨੈਂਸ਼ੀਅਲੀ ਬਿੱਲ। ਇਹਦਾ ਆਰਟੀਕਲ ਕਿਹੜਾ, 117। ਮਨੀ ਬਿੱਲ ਦਾ ਆਰਟੀਕਲ ਕਿਹੜਾ, 117। ਇਹ 'ਚ ਕਿਹੜੇ ਬਿੱਲ ਆਉਂਦੇ ਆ, ਮਨੀ ਬਿੱਲ ਨੂੰ ਛੱਡ ਕੇ। ਵੇਖੋ ਬਜਟ ਵਗੈਰਾ ਨੂੰ ਛੱਡ ਕੇ, ਜੇ ਕੋਈ ਹੋਰ ਪੈਸੇ ਨਾਲ ਸੰਬੰਧਿਤ ਲੈਣ ਦੇਣ ਹੈ, ਟੈਕਸ ਨੂੰ ਛੱਡ ਕੇ, ਬਜਟ ਦੇ ਮੋਸਟਲੀ ਬਜਟ ਨਾਲ ਜਾਂ ਟੈਕਸ ਨੂੰ ਛੱਡ ਕੇ ਜੇਕਰ ਕੋਈ ਹੋਰ ਵੀ ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਬਿੱਲ ਹੈ, ਉਹ ਕਿਹੜੇ ਬਿੱਲ 'ਚ ਆਉਂਦਾ, ਫਾਈਨੈਂਸ਼ੀਅਲੀ ਬਿੱਲ 'ਚ, ਵਿੱਤੀ ਬਿੱਲ 'ਚ ਆਉਂਦਾ। ਉਹਨੂੰ ਬੋਲਿਆ ਜਾਂਦਾ ਵਿੱਤੀ ਬਿੱਲ। ਠੀਕ ਹੈ ਜੀ। ਇੱਕ ਆ ਯਾਦ ਰੱਖਿਓ ਜੀ, ਇਹਦਾ ਸਿਰਫ ਆਪਾਂ ਆਰਟੀਕਲ ਯਾਦ ਰੱਖਣਾ ਮੇਨ, ਸੰਵਿਧਾਨ ਸੰਸ਼ੋਧਨ ਬਿੱਲ। ਇਹ ਤੁਹਾਨੂੰ ਦੱਸਿਆ ਹੀ ਸੀਗਾ ਵੀ ਜਿਹੜਾ ਆਪਾਂ ਬਹੁਤ ਵਾਰੀ ਕਰ ਲਿਆ ਵੀ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਸੰਸ਼ੋਧਨ ਹੈ ਉਹ ਕਿਹੜੇ ਆਰਟੀਕਲ ਤਹਿਤ ਹੋ ਸਕਦਾ, 368। ਆਰਟੀਕਲ ਜਿਹੜਾ 368 ਹੈ ਉਹਦੇ ਤਹਿਤ ਕੀ ਕਰ ਸਕਦੇ ਹਾਂ ਆਪਾਂ, ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਕਿਉਂਕਿ ਸੰਵਿਧਾਨ ਦੇ ਵਿੱਚ ਜੇ ਕੋਈ ਚੇਂਜ ਲੈ ਕੇ ਆਉਣੀ ਹੈ ਤਾਂ ਕਿਹੜਾ ਆਰਟੀਕਲ ਹੈ, 368 ਹੈ। ਇਹਦੇ ਬਾਰੇ ਪੜ੍ਹਦੇ ਹਾਂ। ਇਸ ਵੀ ਸੰਵਿਧਾਨ ਸੰਸ਼ੋਧਨ ਨਾਲ ਸੰਬੰਧਿਤ ਬਿੱਲ ਆਉਂਦੇ ਆ, ਦੋਨਾਂ ਸਦਨਾਂ ਦੁਆਰਾ ਪਾਸ। ਜਿਹੜਾ ਸੰਵਿਧਾਨ ਸੰਸ਼ੋਧਨ ਦਾ ਬਿੱਲ ਹੈ ਉਹ ਦੋਨਾਂ ਸਦਨਾਂ ਦੁਆਰਾ ਪਾਸ ਹੋਣਾ ਕੀ ਹੈਗਾ, ਜ਼ਰੂਰੀ ਹੈ। ਜਿਵੇਂ ਜਿਹੜਾ ਮਨੀ ਬਿੱਲ ਹੈ, ਇਕੱਲਾ ਮਨੀ ਬਿੱਲ ਹੀ ਹੈ ਜਿਹੜਾ ਇਕੱਲਾ ਲੋਕ ਸਭਾ 'ਚ ਵੀ ਜ਼ਰੂਰੀ ਹੈ। ਇੱਕੋ ਇੱਕ ਬਿੱਲ ਹੈ ਮਨੀ ਬਿੱਲ, ਜਿਹੜਾ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ। ਬਾਕੀ ਮੋਸਟਲੀ ਸਾਰੇ ਬਿੱਲ ਦੋਨਾਂ ਸਦਨਾਂ ਵਿੱਚ ਦੋਨਾਂ ਸਦਨਾਂ ਵਿੱਚ ਹੀ ਪੇਸ਼ ਕੀਤੇ ਜਾਂਦੇ ਆ। ਜਿਹੜਾ ਸੰਵਿਧਾਨ ਸੰਸ਼ੋਧਨ ਬਿੱਲ ਹੈ ਇਹ ਦੋਨਾਂ ਸਦਨਾਂ ਵਿੱਚ ਪਾਸ ਹੋਣਾ ਜ਼ਰੂਰੀ ਹੈ। ਦੋਨਾਂ ਸਦਨਾਂ ਦੁਆਰਾ ਬਿੱਲ ਪਾਸ ਹੋਣ ਉਪਰੰਤ ਰਾਸ਼ਟਰਪਤੀ ਕੋਲ ਜਾਂਦਾ। ਤੁਹਾਨੂੰ ਦੱਸ ਦਿੱਤਾ, ਕੋਈ ਵੀ ਬਿੱਲ ਹੈ ਕਾਨੂੰਨ ਉਦੋਂ ਹੀ ਬਣੂਗਾ ਜਦੋਂ ਰਾਸ਼ਟਰਪਤੀ ਜੀ ਸਹਿਮਤੀ ਦੇ ਦੇਣਗੇ, ਦਸਤਖਤ ਕਰ ਦੇਣਗੇ। ਆਹ ਲਿਖਿਆ, ਰਾਸ਼ਟਰਪਤੀ ਦੀ ਸਹਿਮਤੀ ਉਪਰੰਤ ਕੀ ਬਣ ਜਾਂਦਾ, ਉਹ ਕਾਨੂੰਨ ਬਣ ਜਾਂਦਾ। ਜਿਹੜਾ ਇਹ ਬਿੱਲ ਹੈ ਇਹ ਕਿਸੇ ਵੀ ਮੰਤਰੀ ਜਾਂ ਪ੍ਰਾਈਵੇਟ ਮੈਂਬਰ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਦੀ ਐਡਵਾਂਸ ਸਿਫਾਰਿਸ਼ ਜ਼ਰੂਰੀ ਨਹੀਂ। ਵੇਖੋ ਜਿਹੜਾ ਮਨੀ ਬਿੱਲ ਸੀਗਾ, ਮਨੀ ਬਿੱਲ ਦੇ ਵਿੱਚ ਐਡਵਾਂਸ ਸਿਫਾਰਿਸ਼ ਜ਼ਰੂਰੀ ਹੈ। ਜਿਹੜਾ ਮਨੀ ਬਿੱਲ ਹੈ ਉਹਦੇ ਵਿੱਚ ਰਾਸ਼ਟਰਪਤੀ ਦੀ ਐਡਵਾਂਸ ਸਿਫਾਰਿਸ਼ ਜ਼ਰੂਰੀ ਹੈ। ਬਾਕੀ ਕਿਸੇ ਬਿੱਲਾਂ 'ਚ ਜਿਵੇਂ ਸੰਸ਼ੋਧਨ ਬਿੱਲ ਹੈ ਇਹ 'ਚ ਐਡਵਾਂਸ ਸਿਫਾਰਿਸ਼ ਦੀ ਜ਼ਰੂਰਤ ਨਹੀਂ ਹੈ। ਇੱਕ ਆ ਵੀ ਯਾਦ ਰੱਖਿਓ, ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਨਹੀਂ ਹੋ ਸਕਦੀ। ਮੰਨ ਲਓ ਲੋਕ ਸਭਾ ਬਿੱਲ ਪਾਸ ਕਰਦੇ, ਰਾਜ ਸਭਾ ਬਿੱਲ ਨਾ ਪਾਸ ਕਰੇ, ਜਾਂ ਇਸ ਤਰ੍ਹਾਂ ਉਲਟ ਲਾ ਲਓ, ਰਾਜ ਸਭਾ ਬਿੱਲ ਪਾਸ ਕਰਦੇ, ਲੋਕ ਸਭਾ ਬਿੱਲ ਪਾਸ ਨਾ ਕਰੇ, ਤਾਂ ਇਹਦੇ ਲਈ ਵੀ ਜੁਆਇੰਟ ਸੀਟਿੰਗ ਦਾ ਪ੍ਰਾਵਧਾਨ ਨਹੀਂ ਹੈ। ਜਦੋਂ ਸੰਵਿਧਾਨ ਸੰਸ਼ੋਧਨ ਦਾ ਬਿੱਲ ਆਊਗਾ ਤਾਂ ਰਾਸ਼ਟਰਪਤੀ ਦੋਨਾਂ ਦੀ ਜੁਆਇੰਟ ਸੀਟਿੰਗ ਨਹੀਂ ਕਰਵਾਉਣੀ। ਜੁਆਇੰਟ ਸੀਟਿੰਗ ਬਸ ਇਹ ਯਾਦ ਰੱਖਿਓ ਕਿ ਤਾਂ ਮਨੀ ਬਿੱਲ ਦੇ ਕੇਸ 'ਚ ਨਹੀਂ ਹੁੰਦੀ, ਇੱਕ ਕਿਹਦੇ ਕੇਸ 'ਚ ਨਹੀਂ ਹੁੰਦੀ, ਸੰਵਿਧਾਨ ਸੰਸ਼ੋਧਨ। ਜੇ ਸੰਵਿਧਾਨ ਸੰਸ਼ੋਧਨ ਦਾ ਕੋਈ ਬਿੱਲ ਆ ਗਿਆ ਤਾਂ ਜੁਆਇੰਟ ਸੀਟਿੰਗ ਦੀ ਸੰਯੁਕਤ ਬੈਠਕ ਨਹੀਂ ਹੁੰਦੀ। ਠੀਕ ਹੈ ਜੀ, ਆਹ ਯਾਦ ਰੱਖਣਾ ਜੀ, ਮੇਨ ਇੰਪੋਰਟੈਂਟ ਹੈ। ਬਿੱਲ ਵੇਖੋ 3 ਪ੍ਰਕਾਰ ਨਾਲ ਪਾਸ ਹੁੰਦੇ ਆ। ਇਹ ਵੈਸੇ ਇੰਪੋਰਟੈਂਟ ਨਹੀਂ ਹੈਗੇ, ਆਪਾਂ ਸਿੰਪਲ ਪੜ੍ਹ ਲੈਂਦੇ ਹਾਂ। ਇੱਕ ਹੁੰਦੇ ਆ ਸਧਾਰਨ ਬਹੁਮਤ ਨਾਲ। ਇਸ ਕੇਸ ਵਿੱਚ ਸੰਵਿਧਾਨ ਸੰਸ਼ੋਧਨ ਰਾਹੀਂ ਦੋਨਾਂ ਸਦਨਾਂ ਵਿੱਚ ਸਧਾਰਨ ਬਹੁਮਤ ਜ਼ਰੂਰੀ ਹੈ। ਵੇਖੋ ਸਧਾਰਨ ਬਹੁਮਤ ਕੀ ਹੁੰਦਾ, ਮੰਨ ਲਓ ਸਪੋਜ਼ ਕਰੋ ਆਪਣੇ 100 ਹੈ, ਟੋਟਲੀ ਆਪਣੇ MP 100 ਹੈ। ਮੰਨ ਲਓ ਲੋਕ ਸਭਾ 'ਚ ਵੀ 100 ਹੈ ਤੇ ਰਾਜ ਸਭਾ ਵਿੱਚ ਵੀ ਕੀ ਹੈ, 100 ਹੈ। ਸਧਾਰਨ ਬਹੁਮਤ ਹੁੰਦੇ ਆ ਵੀ ਇਹਦਾ ਅੱਧ ਕਿੰਨਾ ਬਣ ਗਿਆ, 100 ਦਾ 50, ਯਾਨੀ ਕਿ ਕੋਈ ਬਿੱਲ 51 ਜਾਣੇ ਪਾਸ ਕਰ ਦੇਣ, 51 ਇਹਨੇ ਲੋਕ ਸਭਾ 'ਚ ਪਾਸ ਕਰ ਦੇਣ ਤੇ 51 ਕਿੰਨੇ ਜਾਣੇ ਕਰ ਦੇਣ, ਜਿਹਨੂੰ ਆਪਾਂ ਮੈਜੋਰਟੀ ਬੋਲ ਦਿੰਦੇ ਹਾਂ। ਜਿਹਨੂੰ ਕੀ ਬੋਲ ਦਿੰਦੇ ਹਾਂ ਆਪਾਂ, ਮੈਜੋਰਟੀ। ਵੀ ਜਿੰਨੀ ਟੋਟਲ ਸਟਰੈਂਥ ਹੈ ਉਦੋਂ ਅੱਧ ਤੋਂ ਵੱਧ ਜਿਹੜੇ ਲੋਕ ਹੈਗੇ ਆ ਬਿੱਲ ਪਾਸ ਕਰਦੇ ਨੇ, ਉਹਨੂੰ ਕੀ ਬੋਲਿਆ ਜਾਂਦਾ, ਸਧਾਰਨ ਬਹੁਮਤ। ਠੀਕ ਹੈ। ਇਹਦੇ ਵਿੱਚ ਇੱਕ ਕੁਐਸਚਨ ਹੀ ਯਾਦ ਰੱਖਣਾ, ਪੇਪਰ ਦੇ ਵਿੱਚ ਆਇਆ ਹੋਇਆ ਇਹ, ਜਦੋਂ ਵੀ ਨਵੇਂ ਰਾਜਾਂ ਦੀ ਸਥਾਪਨਾ ਹੁੰਦੀ ਹੈ, ਜਦੋਂ ਵੀ ਕੋਈ ਨਵੇਂ ਰਾਜ ਦੀ ਬਾਉਂਡਰੀ ਬਣਾਈ ਜਾਂਦੀ ਹੈ ਜਾਂ ਕੋਈ ਨਵਾਂ ਰਾਜ ਬਣਾਇਆ ਜਾਂਦਾ ਹੈ, ਨਵੀਂ ਸਟੇਟ ਦੀ ਫੋਰਮੇਸ਼ਨ ਕੀਤੀ ਜਾਂਦੀ ਹੈ, ਤਾਂ ਉਹ ਬਿੱਲ ਕੀ ਹੈ, ਸਧਾਰਨ ਬਹੁਮਤ ਨਾਲ ਪਾਸ ਕੀਤਾ ਜਾਂਦਾ। ਕੁਐਸਚਨ ਪੇਪਰ 'ਚ ਇਹ ਆਇਆ ਵੀ ਜਦੋਂ ਵੀ ਨਵੇਂ ਰਾਜਾਂ ਦੀ ਬਾਉਂਡਰੀ ਬਣਾਈ ਜਾਂਦੀ ਹੈ, ਠੀਕ ਹੈ, ਉਦੋਂ ਕੀ ਸਟੇਟ ਗੌਰਮੈਂਟ ਦੀ ਮਨਜ਼ੂਰੀ ਲੈਣੀ ਹੁੰਦੀ ਹੈ, ਉਦੋਂ ਮਨਜ਼ੂਰੀ ਨਹੀਂ ਲੈਣੀ ਹੁੰਦੀ। ਜਦੋਂ ਕੋਈ ਨਵੇਂ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ, ਬਾਉਂਡਰੀ ਬਣਾਈ ਜਾਂਦੀ ਹੈ, ਨਾਮ ਤਬਦੀਲੀ ਕੀਤੀ ਜਾਂਦੀ ਹੈ,
ਤਾਂ ਸਟੇਟ ਗੌਰਮੈਂਟ ਤੋਂ ਨਹੀਂ ਪੁੱਛਿਆ ਜਾਂਦਾ, ਸਟੇਟ ਗੌਰਮੈਂਟ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਸੰਸਦ ਹੀ ਬਿੱਲ ਕੀ ਕਰ ਦਿੰਦੀ ਹੈ, ਪਾਸ ਕਰ ਦਿੰਦੀ ਹੈ। ਵੇਖੋ ਕਿ ਸਪੈਸ਼ਲ ਬਹੁਮਤ ਹੁੰਦਾ, ਬਸ ਆਹੀ ਯਾਦ ਰੱਖਿਓ ਜੀ, ਸਪੈਸ਼ਲ ਬਹੁਮਤ ਹੁੰਦਾ ਹਾਜ਼ਰ ਅਤੇ ਵੋਟਿੰਗ ਵਾਲੇ 2/3 ਭਾਗ। ਸਪੈਸ਼ਲ ਬਹੁਮਤ ਹੁੰਦਾ ਵੀ ਜਿਹੜਾ ਸਦਨ ਹੈਗਾ, ਚਾਹੇ ਲੋਕ ਸਭਾ ਹੈ ਚਾਹੇ ਰਾਜ ਸਭਾ ਹੈ, ਮੰਨ ਲਓ 100 ਬੰਦਾ ਹੈ, 100 ਦੇ ਵਿੱਚੋਂ ਵੇਖੋ ਜਿੱਦਣ ਬਿੱਲ ਪਾਸ ਹੋ ਰਿਹਾ ਉਦੋਂ ਸਪੋਜ਼ ਕਰੋ 60 ਜਣੇ ਆਏ ਹੈ, 40 ਜਣੇ ਤਾਂ ਆਏ ਨਹੀਂ, ਕਿੰਨੇ ਜਣੇ ਆਏ ਆ 8, 60। ਇਹ 60 ਨੂੰ ਬੋਲਿਆ ਜਾਂਦਾ ਹਾਜ਼ਰ ਤੇ ਵੋਟਿੰਗ ਕਰਨ ਵਾਲੇ। ਜਦੋਂ 100 ਬੰਦਾ 100 ਦੇ ਵਿੱਚੋਂ 60 ਜਣੇ ਹਾਜ਼ਰ ਹੋਏ ਹੈ ਤਾਂ ਆਪਾਂ ਕੀ ਬੋਲਾਂਗੇ, 60 ਜਣੇ ਕੀ ਹੈਗੇ ਹਾਜ਼ਰ ਵੀ ਹੈ ਤੇ ਕੀ ਕਰ ਰਹੇ ਆ ਉਹ ਵੋਟਿੰਗ ਕਰਨ ਵਾਲੇ। ਉਹਦਾ ਕਿੰਨਾ ਭਾਗ ਲੈਣਾ ਹੁੰਦਾ, 2/3। ਜੇ ਜਿੰਨੇ ਬੰਦੇ ਹਾਜ਼ਰ ਹੋਏ ਆ ਉਹਦਾ ਕਿੰਨਾ ਭਾਗ ਲੈਣਾ, 2/3। ਤੇ ਹਰੇਕ ਸਦਨ ਦੇ ਕੁੱਲ ਮੈਂਬਰਾਂ ਦੀ 50%, ਨਾਲ ਕੰਡੀਸ਼ਨ ਕੀ ਹੈ, ਜਿਹੜੇ ਕੁੱਲ ਮੈਂਬਰਾਂ ਦੀ ਗਿਣਤੀ ਹੈ ਉਹਦਾ 50% ਵੀ ਕੀ ਕਰਨਾ, ਚੈੱਕ ਕਰਨਾ। ਜਿਵੇਂ ਮੌਲਿਕ ਅਧਿਕਾਰ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ 'ਚ ਕੋਈ ਚੇਂਜ ਕਰਨੀ ਹੋਵੇ। ਇੱਕ ਆ ਗਿਆ ਸਪੈਸ਼ਲ ਬਹੁਮਤ। ਇਸ ਕੇਸ 'ਚ ਕੀ ਕੀਤਾ ਜਾਂਦਾ ਹੈ, ਦੋਨਾਂ ਸਦਨਾਂ ਦੀ ਸਪੈਸ਼ਲ ਬਹੁਮਤ, ਸਪੈਸ਼ਲ ਬਹੁਮਤ ਮੀਨਿੰਗ 2/3 ਹੋ ਗਿਆ। 50% ਰਾਜ ਵਿਧਾਨ ਸਭਾਵਾਂ ਵਿੱਚ ਵੀ ਸਹਿਮਤੀ। ਜਿੰਨੇ ਵੀ ਸਟੇਟ ਗੌਰਮੈਂਟ ਹੈ, ਘੱਟੋ ਘੱਟ ਜਿੰਨੇ ਵੀ ਆਪਣੇ ਰਾਜ ਆ ਉਹਦੇ 50% ਵੀ ਜਿਹੜੀਆਂ ਰਾਜ ਹੈਗੀਆਂ ਸਟੇਟ ਗੌਰਮੈਂਟ ਹੈ ਉਹ ਇਸ ਬਿੱਲ ਵਿੱਚ ਕੀ ਦੇਣ, ਸਹਿਮਤੀ ਦੇਣ। ਇਹ ਇੰਪੋਰਟੈਂਟ ਇੰਨਾ ਹੈ ਨਹੀਂ ਗਾ ਜੀ, ਬਸ ਇਹਦੇ ਵਿੱਚ ਆਹੀ ਕੁਐਸਚਨ ਇੰਪੋਰਟੈਂਟ ਹੈ, ਤੁਹਾਨੂੰ ਦੱਸ ਰਿਹਾ ਮੈਂ। ਇੱਕ ਪ੍ਰਾਈਵੇਟ ਬਿੱਲ ਤੋਂ ਕੀ ਭਾਵ ਹੈ, ਪ੍ਰਾਈਵੇਟ ਬਿੱਲ ਵੇਖੋ ਉਹ ਬਿੱਲ ਹੁੰਦਾ ਜਿਹੜਾ ਕਿਸੇ ਵੀ MP ਦੁਆਰਾ ਪੇਸ਼ ਕੀਤਾ ਜਾਂਦਾ। ਕੋਈ ਵੀ MP ਜਿਹੜਾ ਮੰਤਰੀ ਨਹੀਂ ਹੈਗਾ, ਕੋਈ ਵੀ MP ਜਿਹੜਾ ਮੰਤਰੀ ਨਹੀਂ ਹੈਗਾ ਉਹਦੇ ਵੱਲੋਂ ਜੇ ਬਿੱਲ ਪੇਸ਼ ਕੀਤਾ ਜਾਊਗਾ ਉਹਨੂੰ ਕਿਹੜਾ ਬਿੱਲ ਕਹਿੰਦੇ ਨੇ, ਪ੍ਰਾਈਵੇਟ ਬਿੱਲ। ਆ ਗਿਆ ਜੀ ਸੱਸਾ। ਮੰਤਰੀ ਨੂੰ ਛੱਡ ਕੇ ਕਿਸੇ ਵੀ ਸੰਸਦ ਮੈਂਬਰ ਦੁਆਰਾ ਪੇਸ਼ ਕੀਤਾ ਗਿਆ ਜਿਹੜਾ ਬਿੱਲ ਹੈਗਾ ਉਹਨੂੰ ਕਿਹੜਾ ਬਿੱਲ ਕਿਹਾ ਜਾਂਦਾ, ਪ੍ਰਾਈਵੇਟ ਬਿੱਲ। ਠੀਕ ਹੈ ਜੀ। ਆਮ ਜਨਤਾ ਦੁਆਰਾ, ਆਮ ਜਨਤਾ ਨੂੰ ਤਾਂ ਵੇਖੋ ਸੰਸਦ 'ਚ ਜਾ ਹੀ ਨਹੀਂ ਸਕਦਾ, ਪ੍ਰਧਾਨ ਮੰਤਰੀ ਤਾਂ ਵੈਸੇ ਹੀ ਮੰਤਰੀ ਹੋ ਗਏ ਜੀ ਇੱਕ ਤਰ੍ਹਾਂ ਦੇ, ਪ੍ਰਧਾਨ ਮੰਤਰੀ ਵੱਲੋਂ ਵੀ ਨਹੀਂ, ਮੰਤਰੀ ਵੱਲੋਂ ਵੀ ਨਹੀਂ, ਕੋਈ ਕਿਹਦੇ ਵੱਲੋਂ ਹੈ, ਕੋਈ ਵੀ MP। ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ, ਕੌਣ ਨਿਰਧਾਰਿਤ ਕਰਦਾ, ਲੋਕ ਸਭਾ ਸਪੀਕਰ। ਕੋਈ ਵੀ ਬਿੱਲ ਵੇਖੋ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ, ਕੌਣ ਡਿਸਾਈਡ ਕਰਦਾ, ਲੋਕ ਸਭਾ ਸਪੀਕਰ। ਇੱਕ ਗੱਲ ਇਹ 'ਚ ਕੀ ਯਾਦ ਰੱਖਣੀ ਹੈ, ਜਿਹੜਾ ਮਨੀ ਬਿੱਲ ਹੈ ਉਹ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ। ਸਿਰਫ ਕਿਹਦੇ ਵਿੱਚ ਪੇਸ਼ ਕੀਤਾ ਜਾਂਦਾ, ਆਪਣਾ ਲੋਕ ਸਭਾ ਦੇ ਵਿੱਚ। ਉਹਨੂੰ ਰਾਜ ਸਭਾ ਵਿੱਚ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ। ਦੂਜੀ ਗੱਲ ਹੈ ਜੁਆਇੰਟ ਸੀਟਿੰਗ ਹੁੰਦੀ ਹੈ ਮਨੀ ਬਿੱਲ 'ਚ, ਜੁਆਇੰਟ ਸੀਟਿੰਗ ਵੀ ਨਹੀਂ ਹੁੰਦੀ, ਸੰਯੁਕਤ ਬੈਠਕ। ਕਿਉਂਕਿ ਵੇਖੋ ਰਾਜ ਸਭਾ ਦੀ ਤਾਂ ਲੋੜ ਹੀ ਨਾ ਹੁੰਦੀ, ਫਿਰ ਜੁਆਇੰਟ ਸੀਟਿੰਗ ਕਰਾਉਣੀ ਕਾਹਦੇ ਲਈ ਹੈ। ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਮਨੀ ਬਿੱਲ ਨਾਲ ਸੰਬੰਧਿਤ ਹੈ, ਯਾਦ ਰੱਖ ਲਓ 110। 51A ਤਾਂ ਆਪਣਾ ਹੈਗਾ ਮੌਲਿਕ ਕਰਤੱਵ, ਇਹ ਆਪਾਂ ਬਹੁਤ ਵਾਰੀ ਕਰ ਲਿਆ। 51A ਕਰਦਾ ਮੌਲਿਕ ਕਰਤੱਵ ਨੂੰ। 117 ਕਰਦਾ ਆਪਣਾ ਵਿੱਤੀ ਬਿੱਲ ਨੂੰ, ਫਾਈਨੈਂਸ਼ੀਅਲੀ ਬਿੱਲ ਨੂੰ। ਵਿੱਤੀ ਬਿੱਲ ਨੂੰ ਕੌਣ ਕਰਦਾ ਹੈਗਾ, 117। 368 ਵੀ ਬਹੁਤ ਕਰ ਲਿਆ, ਬਹੁਤ ਵਾਰ ਕਰ ਲਿਆ ਆਪਾਂ। ਇਹ ਹੈਗਾ ਸੰਵਿਧਾਨ ਸੰਸ਼ੋਧਨ, ਕਿਹੜਾ ਹੈਗਾ ਇਹ ਸੰਵਿਧਾਨ ਸੰਸ਼ੋਧਨ। ਮਨੀ ਬਿੱਲ ਦਾ ਕਿਹੜਾ ਹੋ ਗਿਆ, 110। ਸੰਵਿਧਾਨ ਸੰਸ਼ੋਧਨ ਕਿਹੜੇ ਆਰਟੀਕਲ ਹੁਣੇ ਕੀਤਾ, 368। ਕਿਹੜਾ ਆਰਟੀਕਲ ਹੈ, 368।